ਹਾਂਜੀ ਸਰ, ਅੱਜ ਭਾਰਤ ਬੰਦ ਦੀ ਜਿਹੜੀ ਮੌਤ ਸੀ ਗੋਪਾਲਪੁਰ ਚੌਂਕ ਦੇ ਵਿੱਚ ਇਹ ਧਰਨਾ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਕਾਲ ਦਿੱਤੀ ਗਈ ਹੈ। सारी ट्रेड यूनियन, चाहे वो किसान सभा है, चाहे एसकेएम है, चाहे C2 है, इंटर सारिਆਂ ਨੂੰ मिल के एक काल दी गई है कि ਜਿਹੜੇ ਨਵੇਂ ਬਿੱਲ 6 पेश ਹੋਏ ਨੇ पार्लीमेंट ਦੇ ਵਿੱਚ ਉਹਦੇ ਵਿਰੋਧ ਵਾਸਤੇ ਦਿੱਤੀ ਹੈ। ਪਹਿਲਾਂ ਇਹਨਾਂ ਨੇ ਕਿਸਾਨਾਂ ਦੇ ਪ੍ਰਤੀ ਨਵੇਂ ਪਾਸ ਕੀਤੇ ਸੀ, ਜਿਹਦਾ ਅਸੀਂ ਵਿਰੋਧ ਕਰਕੇ 1.5 ਸਾਲ ਉੱਥੇ ਬੈਠ ਕੇ ਉਹਨੂੰ ਵਾਪਸ ਕਰਾਇਆ ਸੀ। ਉਸ ਤੋਂ ਬਾਅਦ ਇਹਨਾਂ ਨੇ ਜਿਹੜੇ ਕਿਰਤ ਕਾਨੂੰਨ ਹੈਗੇ ਨੇ, ਜਿਹੜੇ 44 ਕਾਨੂੰਨ ਸੀ, ਉਹਨਾਂ ਨੂੰ ਇਹਨਾਂ ਨੇ ਤਬਦੀਲ ਕਰ ਦਿੱਤਾ 44 ਆਪਣੇ 4 ਕੋਡਾਂ ਦੇ ਵਿੱਚ। ਉਹਦੇ ਅਗੇਂਸਟ ਵਿੱਚ ਤਕਰੀਬਨ 1 ਸਾਲ ਤੋਂ ਸਾਡੀ ਲੜਾਈ ਚੱਲ ਰਹੀ ਹੈ। ਉਹਦੇ ਨਾਲ ਜਿਹੜੀ ਰੋਜੀ ਰੋਟੀ ਹੈ, ਮਜ਼ਦੂਰ ਦੀ ਹੈ, ਵੇਜ ਹੈ, ਪ੍ਰੋਵੀਡੈਂਟ ਫੰਡ ਹੈ, ESI ਹੈ, ਸਾਰੇ ਜਿਹੜਾ ਬੋਨਸ ਦਾ ਅਧਿਕਾਰ ਹੈ ਸਾਰਾ ਖਤਮ ਹੋ ਰਿਹਾ ਹੈ ਔਰ ਉਹਨੂੰ ਕੰਟਰੈਕਚੁਅਲ ਬੇਸ ਤੇ ਜਾ ਰਹੇ ਨੇ। ਜਿਹੜੇ 8 ਘੰਟੇ ਦਾ ਕੰਮ ਕਰਦੇ ਸੀ 12 ਘੰਟੇ ਦਾ ਉਹਨਾਂ ਨੇ ਕਰ ਦਿੱਤਾ। ਮੋਰਓਵਰ ਇਹ ਨਹੀਂ ਹੈ ਕਿ ਸੈਂਟਰ ਸਰਕਾਰ ਨੇ ਕੀਤਾ, ਜਿਹੜੀ ਸਾਡੀ ਇੱਥੇ ਲੋਕਲ ਸਰਕਾਰ ਹੈ, ਸਟੇਟ ਦੀ ਸਰਕਾਰ ਹੈ, ਉਹਨੇ ਸਭ ਤੋਂ ਪਹਿਲਾਂ ਇਹਨੂੰ 12 ਘੰਟੇ ਨੂੰ ਲਾਗੂ ਕੀਤਾ। ਦੂਸਰੀ ਗੱਲ, ਕਿਸਾਨ ਸਭਾ ਦਾ ਕਿਸਾਨਾਂ ਦਾ ਜਿਹੜਾ ਬਿੱਲ ਹੈ, किसान बिल है, ਜਿਹੜਾ सीड बिल बनाया उन्होंने किसानी के वास्ते सब तो घातक बिल है। अगे ये की हुंदा सी, ਜਿਹੜਾ किसान है ना वो अपनी फसल बीज सकता ही ते अपने ਉਹਦੇ ਵਿੱਚੋਂ बीज रख सकता सी। ਹੁਣ अपना बीज नहीं रख सकता। वो हाईब्रिड होणगे, ਜਿਹੜੀਆਂ ਏਜੰਸੀਆਂ ਜਿਹੜੀਆਂ ਕੰਪਨੀਆਂ ਨੂੰ ਦੇਗੀ ਗਵਰनमेंट, ਉਸੇ ਦੀ ਨਾਲ ਕੰਟੈਕਟ ਹੋਣਗੇ। ਉਹ ਦੁਬਾਰਾ ਉੱਥੋਂ ਸੀਡ ਲੈਣਾ ਪਏਗਾ। ਆਪਣੀ ਕਿਸੇ ਵੀ ਜਿਹੜੀ ਕੈਪੀਟਲ ਹੈ ਉਹਦੇ ਵਿੱਚ ਰੱਖਦਾ ਸੀ, ਕਣਕ ਹੈ, ਮੱਕੀ ਹੈ, ਉਹਨੂੰ ਆਪਣਾ ਸਟਾਕ ਨਹੀਂ ਕਰ ਸਕੇਗਾ। ਉਸ ਬਿੱਲ 'ਚ ਇਹ ਵੀ ਲਿਖਿਆ ਹੋਇਆ ਹੈ, ਇੱਥੇ ਤੱਕ ਜਿਹੜਾ ਤੁਸੀਂ ਘਰ ਦੇ ਵਿੱਚ ਆਮ ਅਸੀਂ ਰੋਜ਼ ਕਿਚਨ 'ਚ ਯੂਜ਼ ਕਰਦੇ ਹਾਂ, ਉਹ ਵੀ ਲੋੜ ਤੋਂ ਜ਼ਿਆਦਾ ਹੀ ਸਟਾਕ ਨਹੀਂ ਰੱਖ ਸਕਾਂਗੇ। ਕਿ ਇੰਸਪੈਕਟਰ ਨੂੰ ਅਧਿਕਾਰ ਦੇ ਦਿੱਤੇ, ਕਦੋਂ ਜਦੋਂ ਮਰਜ਼ੀ ਜਾ ਕੇ ਉੱਤੇ ਉਹ ਛਾਪਾ ਮਾਰ ਕੇ ਉਹਨਾਂ ਨੂੰ ਫੜ ਸਕਦਾ ਹੈ। ਉਸ ਤੋਂ ਇਲਾਵਾ ਆਟਮ ਐਨਰਜੀ ਬਿੱਲ ਹੈ, ਜਿਹੜਾ ਦੇਸ਼ ਦੇ ਵਿੱਚ ਹੈਗਾ। ਪਹਿਲੇ ਠੀਕ ਹੈ, ਸਾਡੀ ਗਵਰਨਮੈਂਟ ਕਰਦੀ ਸੀ, ਹੁਣ ਵੀ ਚਾਹੀਦਾ, ਠੀਕ ਹੈ, ਪਰ ਹੁਣ ਇਹਨਾਂ ਨੇ ਕੀਤਾ ਕਿ ਉਹਨੂੰ ਵੀ ਇਹ ਪ੍ਰਾਈਵੇਟ ਹੱਥਾਂ ਦੇ ਵਿੱਚ ਜਾ ਰਿਹਾ ਹੈ, ਜਿਹੜਾ ਉਹ ਵੀ ਘਾਤਕ ਹੈ। ਉਸ ਬਿੱਲ ਦਾ ਵੀ ਅਸੀਂ ਵਿਰੋਧ ਕੀਤਾ। ਜੇ ਲਗਾਤਾਰ ਬਿਜਲੀ ਬਿੱਲ ਹੈ, ਬਿਜਲੀ ਬਿੱਲ ਇਹ ਐਕਟ 2025 ਦੇ ਅਗੇਂਸਟ ਜਿਹੜਾ ਨਵਾਂ ਬਣਾ ਰਹੇ ਨੇ, ਜਿਹੜੇ ਐਡਵਾਂਸ ਦੇ ਵਿੱਚ ਮੀਟਰ ਲੱਗਣਗੇ, ਵੀ ਜਿੰਨਾ ਚਿਰ ਪੈਸੇ ਹੋਣਗੇ ਜਿਵੇਂ ਮੋਬਾਈਲ ਦੀ ਤਰ੍ਹਾਂ ਤਾਂ ਚੱਲੇਗਾ, ਨਾਲ ਦੀ ਨਾਲ ਆਟੋਮੈਟਿਕਲੀ ਬੰਦ ਹੋਏਗਾ। ਉਸ ਬਿੱਲ ਦਾ ਵੀ ਅਸੀਂ ਵਿਰੋਧ ਕਰਨ ਦੇ ਵਾਸਤੇ ਪੂਰੇ ਹਿੰਦੁਸਤਾਨ ਦੇ ਵਿੱਚ ਅੱਜ ਸਾਰੀਆਂ ਜਥੇਬੰਦੀਆਂ ਇਕੱਠੇ ਕਰਕੇ ਉਹਨਾਂ ਦਾ ਵਿਰੋਧ ਕਰ ਰਹੇ ਨੇ। ਤੇ ਆਉਣ ਵਾਲੇ ਟਾਈਮ ਦੇ ਵਿੱਚ ਲੰਮਾ ਇੱਕ ਸੰਘਰਸ਼ ਹੋਵੇਗਾ, ਜਿਹਦੇ ਤਹਿਤ ਅਸੀਂ ਚਾਹੇ ਸਾਨੂੰ ਦਿੱਲੀ ਘੇਰਨਾ ਪਵੇ ਪਹਿਲਾਂ ਦੀ ਤਰ੍ਹਾਂ, ਇਹ ਸਾਰੇ ਦੇ ਸਾਰੇ ਜਿਹੜੇ ਕਾਨੂੰਨ ਵਾਪਸ ਕਰਾਵਾਂਗੇ। ਦੂਸਰੀ ਗੱਲ ਇਹ ਹੈ ਕਿ ਜਿਹੜਾ ਇੱਕ ਸਾਡਾ ਟ੍ਰੇਡ ਸਮਝੌਤਾ ਹੋਇਆ, ਅਸੀਂ ਇਸ ਦੇ ਅਗੇਂਸਟ ਨਹੀਂ ਹਾਂ ਕਿ ਅਸੀਂ ਕੋਈ ਅਮਰੀਕਾ ਦੇ ਅਗੇਂਸਟ ਨਹੀਂ ਹਾਂ, ਅਸੀਂ ਕਿਸੇ ਕੰਟਰੀ ਦੇ ਅਗੇਂਸਟ ਨਹੀਂ ਹਾਂ। ਜੋ ਯੂਰਪੀਅਨ ਕੰਟਰੀ ਨਾਲ ਸਮਝੌਤਾ ਹੋਇਆ ਉਹਦੇ ਵਿੱਚ ਕੀ ਹੋਇਆ, ਜਿਸ ਤਰ੍ਹਾਂ ਸਾਡਾ ਇੱਥੋਂ ਮਾਲ ਜਾਂਦਾ ਹੈਗਾ ਉਹਦੇ ਉੱਤੇ ਐਕਸਾਈਜ਼ ਲੱਗਦਾ, ਟੈਕਸ ਲੱਗਦੀ ਹੈ, ਪਰ ਜਿਹੜਾ ਹੁਣ ਉੱਥੋਂ ਆਏਗਾ ਉੱਤੇ ਟੈਕਸ ਇਹਨਾਂ ਨੇ ਫ੍ਰੀ करता है। ਜਿਹਦੀ ਜਿਹੜੀ ਆਮਦ ਹੋਏਗੀ ਉਹ ਬੜੇ ਇਕਨੋਮਿਕਲ ਰੇਟਾਂ ਤੇ ਹੋਏਗੀ। कामरेड समर बहादुर, हीरो साइकिल मजदूर यूनियन ऑर्गेनाइजेशन नायर। आज का जो हमारा धरना प्रदर्शन है वो केंद्र की नरेंद्र मोदी सरकार जो किसान, मजदूर, मुलाजम, मनरेगा, ये सभी के ऊपर जो हमला किया है, जो कानून ख़त्म कर रही है। जैसे पहले हमारा 44 कानून था, अब उस 44 कानून को 4 कोड बिल में बदल दिया। 4 कोड बिल का मतलब है कि मजदूर को 12 घंटे की ड्यूटी करना होगा और तनख्वाह की जो बात है वो अपनी तनख्वाह की बात नहीं करेगा। मालक को ज़रूरत होगी तो काम पर बुलाएगा और मालक को नहीं ज़रूरत होगी तो काम पर नहीं बुलाएगा, उस मजदूर को छुट्टी कर देगा। इस तरह से हम ये कहना चाहते हैं कि जो पहले कानून था, जो पहले संविधान था, उस संविधान को ख़त्म ना किया जाए और उस कानून को ना बंद किया जाए। मनरेगा जी राम जी कानून ले आ दिया, जिससे हम जब हमारी सरकार थी, केंद्र में कांग्रेस की सरकार थी, तो हमारी 64 हमारे MP थे। वो 64 MPओं ने ये मनरेगा कानून पास करवाया था। उस मनरेगा कानून को भी सर उसने ख़त्म कर दिया। बीज बिल ला दिया, अभी काला कानून लाया था, फिर बीज बिल ले दिया। जो बीज बिल से किसानों को नुकसान है। कल को किसान जब बीज अमेरिका से आएगा, खाने के लिए अमेरिका से, तो फिर इस तरह से यही है। इस करके चाहे वो फैक्ट्री का वर्कर है, चाहे वो बस का ड्राइवर है, चाहे वो पनबस है, चाहे वो बिजली मुलाजिम है, यानी जो भी है दायरा, रेडी फड़ी यूनियन है, हीरो साइकिल मजदूर यूनियन है, तमाम वर्कर इस हड़ताल को पूरे देश में आज कर रहे हैं। आज देश के तमाम
10 ट्रेड यूनियनों ने, फेडरेशनों ने देश की मोदी सरकार के मजदूर विरोधी काले कानून के खिलाफ, जी राम जी जो कानून, मनरेगा कानून तोड़ के जी राम जी कानून लाया गया, उसके विरोध में जो किसान विरोधी कानून जो मोदी सरकार ने अमेरिका से समझौता किया है, उसके विरोध में पूरे देश के अंदर आम हड़ताल और चक्का जाम का आह्वान दिया गया था। उसी कड़ी में लुधियाना के जमालपुर चौक पे भी तमाम मजदूरों ने मिलके सेंटर ऑफ ट्रेड CITU की अगुवाई में जमाल चौक पे धरना देके जाम करने का काम किया है। मैं आपसे कहना चाहता हूं, जो श्रम कानून तोड़ के, जो 29 कानून था उसको तोड़ के देश की मोदी सरकार ने 4 कानून जो लेके आई है, उसमें स्पष्ट तौर पे फैक्ट्री मालिकों को मजदूरों से शोषण करने का खुल्लम छूट दिया गया है। मजदूरों का काम करा के पैसा ना देने का अधिकार दिया गया है। मजदूरों का यूनियन बनाने का अधिकार लगभग छीन लिया गया है। मजदूरों का ESI, EPF और तमाम जो सुविधाएं थी वो भी लगभग छीन लिया गया है। इसी तरह जो जी राम जी कानून आया है, मनरेगा कानून तोड़ के, उसमें देश के अंदर जो पहली सरकार हुआ करती थी वो 90% देती थी, राज्य सरकारों को 10% देने का अनिवार्य था। लेकिन इस कानून में अब केंद्र सरकार 60% देगी और राज्य सरकार को 40% देने का अनिवार्य कर दिया गया है, जो कि तमाम राज्य सरकारें ऐसे ही घाटे में चल रही है। इसके तहत स्पष्ट तौर पे मनरेगा कानून खत्म होने जा रहा है। जब मनरेगा कानून खत्म होगा तो देश के अंदर करोड़ों मजदूर बेरोजगार होंगे, और जब करोड़ों मजदूर बेरोजगार होंगे तो देश के पूंजीपतियों का सस्ते मजदूर मिलेंगे। इसलिए देश की मोदी सरकार पूंजीपतियों की गोद में बैठ के पूंजीपतियों के पक्ष में कानून लेके आ रही है। इसके खिलाफ में आज पूरे देश के अंदर भारत बंद करने का आह्वान किया गया है। अपना प्रोग्राम 12 से 2 बजे तक चलेगा जी।